ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਤਬਲੀਗੀ ਜਮਾਤ ਦੀ ਮੈਂ ਗੱਲ ਖੁੱਲ੍ਹ ਕੇ ਕਰੂੰਗਾ ਕਿਉਂਕਿ ਪਹਿਲਾਂ ਭਾਂਡਾ ਉਹਨਾਂ 'ਤੇ ਭੰਨਿਆ ਗਿਆ। ਹੁਣ ਉਹਦੇ ਤੋਂ ਬਾਅਦ ਸਿੱਖਾਂ 'ਤੇ ਇਹ ਗੱਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਸੰਗਤ ਦੇ ਟੈਸਟ ਹੋਏ, ਸਾਰੇ ਨੈਗੇਟਿਵ ਹੋਏ। ਉੱਥੋਂ ਇੱਥੇ ਆਉਂਦੇ ਬੱਸਾਂ ਦੇ ਵਿੱਚ ਕਰੋਨਾ ਥੋੜ੍ਹੀ ਹੋ ਗਿਆ ਸਾਰਿਆਂ ਨੂੰ। ਇੱਕ ਦੂਜੇ ਦੇ ਉੱਪਰ ਭਾਂਡਾ ਭੰਨੀ ਜਾਣਾ, ਮੈਂ ਇਹੀ ਸਮਝਦਾ ਵੀ ਕਰੋਨਾ ਨੂੰ ਲੈ ਕੇ ਤੇ ਸਾਰੀਆਂ ਸਰਕਾਰਾਂ ਤਕਰੀਬਨ ਉਹਨਾਂ ਦਾ ਰਵੱਈਆ ਇੱਦਾਂ ਦਾ ਹੀ ਨਜ਼ਰ ਆਉਂਦਾ ਸਾਨੂੰ ਕਿ ਉੱਥੋਂ ਅਸੀਂ ਖੁਸ਼ੀਆਂ ਲੈਣ ਜਾਂਦੇ ਹਾਂ, ਜੋਦਰੀਆਂ ਕਰਨ ਜਾਂਦੇ ਹਾਂ ਗੁਰੂ ਪਾਤਸ਼ਾਹ ਦੇ, ਤੇ ਇਹ ਇੱਕ ਸਿਆਸੀ ਰੰਗਤ ਦੇਤੀ ਆ। ਸਾਡੇ ਨਾਲ ਹੁਣ ਜੁੜ ਚੁੱਕੇ ਹੈਗੇ ਆ ਭਾਈ ਓਂਕਾਰ ਸਿੰਘ ਜੀ, ਸ਼੍ਰੋਮਣੀ ਰਾਗੀ ਸਭਾ ਦਰਬਾਰ ਸਾਹਿਬ ਤੋਂ। ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਇਸ ਟਾਈਮ ਦੇ ਉੱਤੇ ਜਿੱਥੇ ਕਿ ਲੱਖਾਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ, ਉਸ ਸਥਾਨ ਦੇ ਉੱਤੇ ਲੋਕਡਾਊਨ ਦਾ ਕਰਕੇ ਘੱਟ ਸੰਗਤ ਜ਼ਰੂਰ ਆ ਰਹੀ ਆ, ਪਰ ਕੋਈ ਰੁਕਾਵਟ ਨਹੀਂ ਹੈਗੀ। ਵੇਖ ਸਕਦੇ ਆ ਸੰਗਤ ਦਰਸ਼ਨ ਕਰਦੀ ਆ, ਕੁਝ ਟਾਈਮ ਬਾਅਦ ਆਪਣੇ ਘਰਾਂ ਨੂੰ ਚਲ ਜਾਂਦੀ ਆ। ਲਗਾਤਾਰ ਸੰਗਤ ਆ ਵੀ ਰਹੀ ਆ ਤੇ ਸੰਗਤ ਜਾ ਵੀ ਰਹੀ ਆ। ਪ੍ਰਸ਼ਾਸਨ ਵੱਲੋਂ ਲੋਕਡਾਊਨ ਦੇ ਵਿੱਚ ਸਾਰਾ ਕੁਝ ਬੰਦ ਕੀਤਾ ਹੋਇਆ, ਪਰ ਸੰਗਤ ਨੂੰ ਨਹੀਂ ਰੋਕਿਆ। ਦਰਵਾਜ਼ੇ ਸਾਰੇ ਖੁੱਲ੍ਹੇ ਆ। ਕਈ ਵਾਰ ਆਪਾਂ ਸੁਣਨ ਦੇ ਵਿੱਚ ਵੀ ਆਇਆ ਹੈਗਾ ਜਾਂ ਸੋਸ਼ਲ ਮੀਡੀਆ ਦਾ ਕਮੈਂਟ ਜ਼ਰੂਰ ਹੁੰਦੇ ਕਿ ਦਰਬਾਰ ਸਾਹਿਬ ਦੇ ਰਸਤੇ ਬੰਦ ਕੀਤੇ ਹੈਗੇ ਆ, ਪਰ ਇੱਥੇ ਇਹੋ ਜਿਹੀ ਗੱਲ ਨਹੀਂ। ਆਪਾਂ ਲੰਗਰ ਘਰ ਵਾਲੇ ਪਾਸੇ ਦੇਖ ਸਕਦੇ ਹਾਂ, ਪ੍ਰਸ਼ਾਦਾ ਪਾਣੀ ਵੀ ਸੰਗਤ ਛਕ ਰਹੀ ਆ। ਇਹਤਿਆਤ ਜ਼ਰੂਰ ਵਰਤੀ ਜਾ ਰਹੀ ਆ, ਉਹ ਭਾਵੇਂ ਗੁਰੂ ਸਾਹਿਬ ਦਾ ਦੁਆਰ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬਾਨ ਹੋਣ, ਇਹਤਿਆਤ ਵਰਤ ਰਹੇ ਆ ਸਾਰੇ। ਅਤੇ ਅੱਜ ਆਪਾਂ ਜਿਹੜੀ ਮੁੱਦੇ 'ਤੇ ਗੱਲ ਕਰਨੀ ਹੈਗੀ ਭਾਈ ਓਂਕਾਰ ਸਿੰਘ ਨਾਲ, ਜਿਹੜੇ ਕਿ ਯਾਤਰੂ ਹਜ਼ੂਰ ਸਾਹਿਬ ਤੋਂ ਆਏ ਸੀ, ਜਿਨ੍ਹਾਂ ਨੂੰ ਇੱਕ ਪਾਸੇ ਜਮਾਤੀਆਂ ਦੀ ਗੱਲ ਕਰਦੇ ਅਤੇ ਕੁਝ ਦਿਨ ਪਹਿਲੋਂ ਇੱਕ ਮੁਸਲਿਮ ਤਬਕਾ ਜਮਾਤੀ ਜਮਾਤ ਨੂੰ ਭੰਡਿਆ ਗਿਆ। ਉਹ ਤੋਂ ਬਾਅਦ 'ਚ ਇਸ ਟਾਈਮ ਦੇ ਉੱਤੇ ਜੋ ਗੱਲਬਾਤ ਹੋ ਰਹੀ ਹੈ ਮੀਡੀਆ ਦੇ ਵਿੱਚ, ਉਹ ਕਿਹਾ ਜਾ ਰਿਹਾ ਕਿ ਸ਼ਰਧਾਲੂ ਜਿਹੜੇ ਪਹੁੰਚੇ ਸੀ ਪੰਜਾਬ ਦੇ ਵਿੱਚ, ਉਹ ਸ਼ਾਇਦ ਮਹਾਰਾਸ਼ਟਰ ਤੋਂ ਕਰੋਨਾ ਲੈ ਆਏ ਆ। ਜੇ ਉੱਥੇ ਠੀਕ ਸੀ ਤੇ ਇੱਥੇ ਆਉਣ ਤਾਂ ਕਰੋਨਾ ਕਿਉਂ ਹੋ ਗਿਆ? SGPC ਦੇ ਨੁਮਾਇੰਦੇ ਜਿਹੜੇ ਕਿ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨਾਲ ਗੱਲਬਾਤ ਕੀਤੀ ਸੀ, ਤੇ ਉਹਨਾਂ ਨਜ਼ਲਾ ਪੰਜਾਬ ਸਰਕਾਰ 'ਤੇ ਝਾੜਿਆ। ਅਤੇ ਦੂਜੇ ਪਾਸੇ ਉਹਨਾਂ ਕਿਹਾ ਕਿ ਦੋਸ਼ੀ ਇਹਦੇ 'ਚ ਮਹਾਰਾਸ਼ਟਰ ਸਰਕਾਰ ਵੀ ਆ, ਕਿਉਂਕਿ ਜੇ ਉਹਨਾਂ ਤੋਂ ਤੋਰਿਆ ਸੀ, ਉਹਨਾਂ ਦਾ ਬਣਦਾ ਸੀ ਫਰਜ਼ ਕਿ ਉਹਨਾਂ ਦੇ ਪ੍ਰੋਪਰ ਟੈਸਟ ਕੀਤੇ ਜਾਂਦੇ। ਜੇ ਉਹਨਾਂ ਉਹ ਪ੍ਰੋਪਰ ਟੈਸਟ ਨਹੀਂ ਕੀਤੇ ਅਤੇ ਜੇ ਪੰਜਾਬ ਦੇ ਵਿੱਚ ਆਉਂਦੇ ਆ ਅਤੇ ਪੰਜਾਬ ਦੇ ਬਾਰਡਰ 'ਤੇ ਰੋਕ ਲੈਣਾ ਚਾਹੀਦਾ ਸੀ। ਉਹ ਬੱਸਾਂ ਦੇ ਉੱਥੇ ਜਦੋਂ ਕਾਫਲੇ ਰੁਕਦੇ ਅਤੇ ਉੱਥੋਂ ਉਹਨਾਂ ਦੇ ਟੈਸਟ ਹੋ ਕੇ ਅੱਗੇ ਆਉਣਾ ਚਾਹੀਦਾ ਸੀ। ਭਾਈ ਓਂਕਾਰ ਸਿੰਘ ਕੀ ਸੋਚਦੇ ਆ? ਪੂਰੀ ਰਾਗੀ ਸਭਾ ਜਿਹੜੀ ਕਿ ਇਸ ਟਾਈਮ ਦਰਬਾਰ ਸਾਹਿਬ ਸੇਵਾਵਾਂ ਦੇ ਰਹੀ ਹੈਗੀ, ਉਹ ਕੀ ਸੋਚਦੇ ਆ? ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕੀ ਸੋਚਦੇ ਆ ਤੁਸੀਂ ਜੋ ਸੋਸ਼ਲ ਮੀਡੀਆ 'ਤੇ ਜਾਂ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਆ ਰਹੀਆਂ? ਦੇਖੋ ਵੀਰ ਜੀ, ਦੁਨੀਆ ਸੋਝੀ ਰੱਖਦੀ ਹੈ ਸਿੱਖ ਕੌਮ ਨੂੰ, ਅਤੇ ਸਿੱਖ ਕੌਮ ਦੀਆਂ ਸੇਵਾਵਾਂ ਨੂੰ ਬੜੇ ਸ਼ਰਧਾ ਭਾਵਨਾ ਨਾਲ ਦੇਖਦੇ ਨੇ ਲੋਕੀ। ਅਤੇ ਜੋ ਅੱਜ ਦੇਸ਼ ਦਾ ਮਾਹੌਲ ਹੈ ਉਹਦੇ ਵਿੱਚ ਤਬਲੀਗੀ ਜਮਾਤ ਦੀ ਮੈਂ ਗੱਲ ਖੁੱਲ੍ਹ ਕੇ ਕਰੂੰਗਾ ਕਿਉਂਕਿ ਪਹਿਲਾਂ ਭਾਂਡਾ ਉਹਨਾਂ 'ਤੇ ਭੰਨਿਆ ਗਿਆ। ਹੁਣ ਉਹਦੇ ਤੋਂ ਬਾਅਦ ਸਿੱਖਾਂ 'ਤੇ ਇਹ ਗੱਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਵੀ ਗੱਲ ਬੜੀ ਵਧੀਆ ਲੱਗੀ ਸਾਨੂੰ ਵੀ ਤਖਤ ਦੇ ਜਥੇਦਾਰ ਸਾਹਿਬ ਨੇ ਦੋਵਾਂ ਗੱਲਾਂ ਦਾ ਖੰਡਨ ਕੀਤਾ ਬੜੇ ਚੜ੍ਹਦੀ ਕਲਾ ਦੇ ਵਿੱਚ। ਭਾਵੇਂ ਪਹਿਲਾਂ ਗੱਲ ਹੋਵੇ ਕੇਸਗੜ੍ਹ ਸਾਹਿਬ ਹੋਲੇ ਮਹੱਲੇ ਦੀ, ਉਹਦੇ 'ਤੇ ਵੀ ਜਥੇਦਾਰ ਸਾਹਿਬ ਨੇ ਬਿਲਕੁਲ ਖੁੱਲ੍ਹ ਕੇ ਬਿਆਨ ਦਿੱਤਾ। ਅਤੇ ਜੇ ਗੱਲ ਇਹ ਜਿਹੜੇ ਮਹਾਰਾਸ਼ਟਰ ਤੋਂ ਜੋ ਨਾਂਦੇੜ ਤੋਂ ਸਾਡੇ ਯਾਤਰੀ ਇੱਥੇ ਆਏ ਨੇ ਉਹਨਾਂ ਦੀ ਗੱਲ ਹੋਵੇ, ਉਹਨਾਂ 'ਤੇ ਵੀ ਬਿਆਨ ਉਹਨਾਂ ਨੇ ਬੜੇ ਖੁੱਲ੍ਹ ਕੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਦਿੱਤਾ। ਦੇਖੋ, ਜੇਕਰ ਬਾਬਾ ਜੀ ਨੇ ਵੀ ਬੜਾ ਖੁੱਲ੍ਹ ਕੇ ਬੋਲਿਆ ਵੀ ਉੱਥੇ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਸੰਗਤ ਦੇ ਟੈਸਟ ਹੋਏ, ਸਾਰੇ ਨੈਗੇਟਿਵ ਹੋਏ। ਉੱਥੋਂ ਇੱਥੇ ਆਉਂਦੇ ਬੱਸਾਂ ਦੇ ਵਿੱਚ ਕਰੋਨਾ ਥੋੜ੍ਹੀ ਹੋ ਗਿਆ ਸਾਰਿਆਂ ਨੂੰ। ਅਤੇ ਜੇ ਗੱਲ ਕਰ ਲਈਏ ਫਿਰ ਉੱਥੋਂ ਅਧਿਕਾਰੀਆਂ ਨੇ ਕਿੱਦਾਂ ਭੇਜਤਾ? ਫਿਰ ਜਿਸ ਵੀ ਗੱਲ ਦੀ ਆਪਾਂ ਤਹਿ ਤੱਕ ਜਾਣਾ ਹੋਵੇ ਤਾਂ ਫਿਰ ਉੱਥੋਂ ਹੀ ਸ਼ੁਰੂਆਤ ਕਰਨੀ ਪੈਂਦੀ ਹੈ ਜਿੱਥੋਂ ਗੱਲ ਦੀ ਤਹਿ ਸ਼ੁਰੂ ਹੁੰਦੀ ਹੈ। ਜਿੱਥੋਂ ਉਹ ਤੁਰੇ ਨੇ ਫਿਰ ਤੇ ਸਵਾਲ ਤੇ ਉਹਨਾਂ 'ਤੇ ਚੁੱਕੇ ਜਾਣੇ ਚਾਹੀਦੇ ਆ ਨਾ ਜੀ। ਹਾਂ, ਸਰਕਾਰ ਤੇ ਉਹਨਾਂ 'ਤੇ ਬਿਲਕੁਲ, ਪਰ ਮਾਹੌਲ ਇਸ ਤਰ੍ਹਾਂ ਦਾ ਚੱਲ ਰਿਹਾ ਵੀ ਜੀ, ਜੋ ਅਸੀਂ ਦੇਖਦੇ ਹਾਂ ਵੀ ਜਾਨ ਸਭ ਦੀ ਬਚਣੀ ਚਾਹੀਦੀ ਹੈ, ਜ਼ਰੂਰੀ ਹੈ, ਪਰ ਇੱਕ ਦੂਜੇ ਦੇ ਉੱਪਰ ਭਾਂਡਾ ਭੰਨੀ ਜਾਣਾ, ਮੈਂ ਇਹੀ ਸਮਝਦਾ ਵੀ ਕਰੋਨਾ ਨੂੰ ਲੈ ਕੇ ਤੇ ਸਾਰੀਆਂ ਸਰਕਾਰਾਂ ਤਕਰੀਬਨ ਉਹਨਾਂ ਦਾ ਰਵੱਈਆ ਇੱਦਾਂ ਦਾ ਹੀ ਨਜ਼ਰ ਆਉਂਦਾ ਸਾਨੂੰ। ਤੇ ਗੁਰੂ ਕਿਰਪਾ ਕਰੇ, ਅਸੀਂ ਤਾਂ ਇੱਥੇ ਅਰਦਾਸ ਹੀ ਕਰ ਸਕਦੇ ਹਾਂ ਇਸ ਦਰ 'ਤੇ ਵੀ ਸਤਿਗੁਰੂ ਜੀ ਦਇਆ ਕਰਨ, ਵੀ ਸਾਰਿਆਂ ਨੂੰ ਸਤਿਗੁਰੂ ਜੀ ਤੰਦਰੁਸਤੀ ਦੇਣ ਅਤੇ ਇਸ ਮਹਾਂਮਾਰੀ ਤੋਂ ਆਪਾਂ ਸਾਰੇ ਬਚ ਸਕੀਏ। ਸਰਕਾਰਾਂ ਦਾ ਜਿਹੜਾ ਰੋਲ ਹੈ ਨਾ ਜੀ, ਉਹ ਤਾਂ ਬਹੁਤ ਵਧੀਆ ਨਹੀਂ ਇਸ ਮਸਲੇ ਦੇ ਵਿੱਚ ਰਿਹਾ, ਬਹੁਤ ਵਧੀਆ ਕਿ ਬਿਲਕੁਲ ਨੇਲੀ ਰਿਹਾ। ਅਸੀਂ ਤਾਂ ਇਹੀ ਗੱਲ ਕਹਾਂਗੇ,
ਖੁੱਲ੍ਹ ਕੇ, ਕਿਉਂਕਿ ਜੇਕਰ ਹੁਣ ਵੀ ਨਾ ਬੋਲੇ ਤੇ ਜਦੋਂ ਇਹ ਗੱਲ ਸਾਰਿਆਂ ਦੇ ਹੱਥੋਂ ਨਿਕਲ ਜਾਏਗੀ ਫਿਰ ਬੋਲਣ ਦਾ ਕੋਈ ਫਾਇਦਾ ਵੀ ਨਹੀਂ ਹੋਣਾ। ਤੇ ਇਸ ਸਮੇਂ ਜਿੱਥੇ ਮਹਾਮਾਰੀ ਦੀ ਸਾਰੇ ਮਾਰ ਚੱਲ ਰਹੇ ਨੇ, ਇਸ ਸਮੇਂ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਬਿਲਕੁਲ ਅੱਖਾਂ ਖੋਲ੍ਹ ਕੇ ਤੇ ਆਪਣੇ ਜਿਹੜੇ ਉਹਨਾਂ ਦੇ ਕਾਰ ਵਿਹਾਰ ਬਣਦੇ ਨੇ ਉਹਨੂੰ ਬੜੇ ਢੰਗ ਦੇ ਨਾਲ ਨਿਭਾਉਣਾ ਚਾਹੀਦਾ, ਸਾਡਾ ਇਹ ਕਹਿਣਾ ਵੀ ਜੀ। ਤੇ ਸ਼੍ਰੋਮਣੀ ਰਾਗੀ ਸਭਾ ਇਹ ਨਿੰਦਿਆ ਕਰਦੀ ਇਸ ਗੱਲ ਦੀ ਬਈ ਉਹਨਾਂ ਯਾਤਰੀਆਂ ਨੂੰ ਟਾਰਗੇਟ ਕਰਨਾ ਜਾਂ ਸਿੱਖਾਂ ਨੂੰ ਖਾਸ ਕਰਕੇ ਟਾਰਗੇਟ ਕਰਨਾ, ਜਿੱਦਾਂ ਤਬਲੀਗੀ ਜਮਾਤ ਨੂੰ ਪਹਿਲਾਂ ਕੀਤਾ, ਹੁਣ ਇਹਨਾਂ ਨੂੰ। ਮੈਂ ਇਹ ਗੱਲ ਕਹਾਂਗਾ, ਲੋਕੀ ਜਾਣਦੇ ਨੇ ਜਿੰਨੀਆਂ ਸੇਵਾਵਾਂ ਸਿੱਖ ਸੰਸਥਾਵਾਂ ਕਰ ਰਹੀਆਂ ਨੇ ਨਾ, ਸ਼ਾਇਦ ਦੂਜੀਆਂ ਕਰ ਰਹੀਆਂ ਹੋਣਗੀਆਂ, ਪਰ ਬਹੁਤਾਤ ਦੇ ਵਿੱਚ ਸਿੱਖ ਸੰਸਥਾਵਾਂ ਤਕਰੀਬਨ ਲੰਗਰ ਜਿੱਥੇ ਜਿੱਥੇ ਵੀ ਚੱਲ ਰਹੇ ਨੇ ਉਹਦੇ ਨਾਲ ਕੋਈ ਨਾ ਕੋਈ ਸਿੱਖ ਸੰਸਥਾ ਸੰਬੰਧਿਤ ਹੈ ਜਿੱਥੇ ਲੰਗਰ ਚਲਾ ਰਹੀ ਹੈ। ਤੇ ਇਹ ਦੇਖਣਾ ਚਾਹੀਦਾ, ਇਹਨਾਂ ਦੀ ਸੇਵਾ ਭਾਵਨਾ ਨੂੰ ਨਹੀਂ ਦੇਖਿਆ ਜਾਂਦਾ, ਪਰ ਜਦੋਂ ਟਾਰਗੇਟ ਕਰਨਾ ਹੁੰਦਾ ਉਦੋਂ ਇਹਨਾਂ ਦੀਆਂ ਸੇਵਾਵਾਂ ਬਿਲਕੁਲ ਛਿੱਕੇ ਤੇ ਟਾਂਕੇ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਜੋ ਕੁਝ ਭਾਂਡਾ ਭੰਨਣਾ ਹੁੰਦਾ ਉਹਨਾਂ ਤੇ ਭੰਨ ਦਿੱਤਾ ਜਾਂਦਾ। ਸੇਵਾਵਾਂ ਦੀਆਂ ਇਹਨਾਂ ਦੇ ਦੇਖੀਆਂ ਨਹੀਂ ਜਾਂਦੀਆਂ ਜੀ। ਓਂਕਾਰ ਸਿੰਘ ਜੀ, ਜਿਹੜੀ ਸੰਗਤ ਆਈ ਹੈ ਉੱਥੋਂ, ਜਿਹੜੇ ਸ਼ਰਧਾਲੂ ਆਏ ਆ, ਯਾਤਰੂ ਆਏ ਆ, ਉਹਨਾਂ ਨੂੰ ਐਸਜੀਪੀਸੀ ਨੇ ਕਿਹਾ ਸੀ ਕਿ ਸਾਨੂੰ ਜੇ ਇਕਾਂਤਵਾਸ 'ਚ ਰੱਖਣਾ, ਅਸੀਂ ਆਪਣੀ ਸੇਵਾਵਾਂ ਦੇਣ ਨੂੰ ਤਿਆਰ ਹਾਂ, ਪਰ ਕੁਝ ਡੇਰਿਆਂ 'ਤੇ ਰੱਖਿਆ ਗਿਆ ਉਹਨਾਂ ਨੂੰ। ਉਹ ਡੇਰਿਆਂ ਦੇ ਵੀਡੀਓਜ਼ ਵੀ ਵਾਇਰਲ ਹੋਈਆਂ ਵਾ ਜਿੱਥੇ ਸ਼ਾਇਦ ਉਹਨਾਂ ਨੂੰ ਖਾਣਾ ਪਾਣੀ ਵੀ ਨਹੀਂ ਮਿਲ ਰਿਹਾ। ਜਿੱਥੇ ਇੱਕ ਪਾਸੇ ਐਸਜੀਪੀਸੀ ਕਹਿ ਰਹੀ ਹੈਗੀ ਕਿ ਸਾਨੂੰ ਦਿਓ, ਅਸੀਂ ਇਹਨਾਂ ਦੇ ਟੈਸਟ ਵੀ ਕਰਾਵਾਂਗੇ, ਅਸੀਂ ਇਹਨਾਂ ਨੂੰ ਰੋਟੀ ਪਾਣੀ ਵੀ ਦੇਵਾਂਗੇ, ਅਸੀਂ ਪੂਰਾ ਦੇਖਭਾਲ ਵੀ ਕਰਾਂਗੇ, ਸਰਾਵਾਂ ਖੋਲ੍ਹ ਦਿੱਤੀਆਂ ਗਈਆਂ। ਫਿਰ ਤੁਸੀਂ ਕੀ ਕਾਰਨ ਮੰਨਦੇ ਹੋ, ਡੇਰਿਆਂ 'ਚ ਕਿਉਂ ਰੱਖਿਆ ਜਾ ਰਿਹਾ ਸੰਗਤ? ਵੀਰ ਜੀ, ਮੈਂ ਤਾਂ ਮੰਨਦਾ ਵੀ ਇਹ ਵੀ ਇੱਕ ਸਾਜ਼ਿਸ਼ ਦਾ ਹੀ ਹਿੱਸਾ ਫਿਰ, ਕਿਉਂਕਿ ਜਦੋਂ ਪ੍ਰਧਾਨ ਜੀ ਨੇ ਬੜੇ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਕਿਹਾ ਸੀਗਾ ਵੀ ਸਾਡੀਆਂ ਜਿੱਥੇ ਜਿੱਥੇ ਵੀ ਸਰਾਵਾਂ ਸ਼੍ਰੋਮਣੀ ਕਮੇਟੀ ਦੀਆਂ ਨੇ ਉਹ ਸਾਰੀਆਂ ਕੁਆਰੰਟਾਈਨ ਵਾਸਤੇ, ਸੇਵਾਵਾਂ ਵਾਸਤੇ ਸਰਕਾਰ ਨੂੰ ਉਪਲਬਧ ਕਰਾ ਦਿੱਤੀਆਂ ਗਈਆਂ ਨੇ। ਤੇ ਜੇ ਹੁਣ ਸਰਕਾਰੀ ਜਿਹੜਾ ਅਮਲਾ ਵਾ ਉਹ ਇਸ ਗੱਲ 'ਤੇ ਨਹੀਂ ਅਮਲ ਕਰਦਾ ਤੇ ਫਿਰ ਉਹ ਦੋਸ਼ੀ ਨੇ ਜੀ। ਪ੍ਰਧਾਨ ਜੀ ਨੇ ਤਾਂ ਖੁੱਲ੍ਹ ਕੇ ਕਹਿ ਦਿੱਤਾ ਸਾਰੀਆਂ ਸਰਾਵਾਂ ਉਹਨਾਂ ਦੇ ਸਪੁਰਦ ਕੀਤੀਆਂ ਹੀ ਨੇ, ਤੇ ਇਹਨਾਂ ਨੂੰ ਚਾਹੀਦਾ ਸੀਗਾ ਵੀ ਰਸਤੇ ਦੇ ਵਿੱਚ ਉੱਥੇ ਜੋ ਡੇਰੇ ਖਿਲਾਰਨੀਆਂ ਸੀਗੀਆਂ ਸਿੱਧੀਆਂ ਗੱਡੀਆਂ ਉੱਥੇ ਲੈ ਕੇ ਆਉਂਦੇ, ਕਿਉਂਕਿ ਅਸੀਂ ਤਾਂ ਪ੍ਰਸ਼ਾਸਨ ਦੇ ਸਪੁਰਦ ਕਰਨਾ ਨਾ, ਅੱਗੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ ਇਹ ਤਾਂ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਨਾ ਜੀ। ਓਂਕਾਰ ਸਿੰਘ ਜੀ, ਥੋੜ੍ਹੀ ਦੇਰ ਪਹਿਲਾਂ ਰਜਿੰਦਰ ਸਿੰਘ ਮਹਿਤਾ ਸਾਡੇ ਨਾਲ ਜੁੜੇ ਸੀ, ਉਹਨਾਂ ਨਾਲ ਗੱਲਬਾਤ ਵੀ ਹੋਈ ਸੀ। ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਲ ਸਰਕਾਰ ਨੇ ਕੋਈ ਸੰਪਰਕ ਕੀਤਾ? ਉਹ ਕਹਿੰਦੇ ਕਿ ਅਜੇ ਤੱਕ ਸੰਪਰਕ ਨਹੀਂ ਕੀਤਾ ਗਿਆ, ਸਾਨੂੰ ਪੁੱਛਣ ਤੋਂ ਬਗੈਰ ਹੀ ਸ਼ਰਧਾਲੂ ਜਿਹੜੇ ਸੀ ਉਹਨਾਂ ਨੂੰ ਨਾ ਡੇਰਿਆਂ 'ਤੇ ਰੱਖਿਆ ਗਿਆ। ਫਿਰ ਵੀ ਜੀ ਗੱਲ ਤੇ ਪ੍ਰਸ਼ਾਸਨ ਦੀ ਉਹੀ ਗੱਲ ਆਉਂਦੀ ਨਾ, ਪ੍ਰਸ਼ਾਸਨ ਦੀ ਨਾਕਾਮੀ। ਵੇਖੋ ਪ੍ਰਸ਼ਾਸਨ ਦੀ ਨਾਕਾਮੀ ਤਾਂ ਅਸੀਂ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਸਾਰੇ ਉਹ ਜਿਹੜਾ ਚੱਲਿਆ ਉਹਨਾਂ ਦੀ ਡੈਥ ਹੋਈ ਉਹ ਤੋਂ ਵੀ ਆਪਾਂ ਪ੍ਰਸ਼ਾਸਨ ਦੀ ਨਾਕਾਮੀ ਗਿਣਾਈ ਸੀਗੀ। ਤੇ ਇਹ ਯਾਤਰੀਆਂ ਦੇ ਸਬੰਧ ਵਿੱਚ ਵੀ ਜੇਕਰ ਉੱਥੋਂ ਯਾਤਰੀ ਤੁਰੇ ਐਸਜੀਪੀਸੀ ਦੇ ਅਧਿਕਾਰੀਆਂ ਨਾਲ ਜਾਂ ਪ੍ਰਧਾਨ ਜੀ ਨਾਲ ਹੀ ਕੋਈ ਰਾਬਤਾ ਕਾਇਮ ਕਰ ਲਿਆ ਜਾਂਦਾ ਤੇ ਸ਼ਾਇਦ ਇਹ ਘਟਨਾ ਨਾ ਹੀ ਵਾਪਰਦੀ, ਤੇ ਉਹਨਾਂ ਨੂੰ ਨਾ ਰਸਤੇ ਦੇ ਵਿੱਚ ਠਹਿਰਾਇਆ ਜਾਂਦਾ, ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ, ਉੱਥੋਂ ਜਦੋਂ ਸੰਗਤ ਆਉਂਦੀ ਸਿੱਧੀ ਉੱਥੇ ਲਿਆਂਦੀ ਜਾਂਦੀ ਤੇ ਸ਼ਾਇਦ ਇਹ ਘਟਨਾ ਨਾ ਵਾਪਰਦੀ। ਤੇ ਇਸੇ ਵਾਸਤੇ ਵੀ ਜੀ ਮੇਰਾ ਇਹ ਕਹਿਣਾ ਵੀ ਭਾਵੇਂ ਹੋਵੇ ਸਰਕਾਰੀ ਅਮਲਾ ਜਾਂ ਜਿੰਨੀਆਂ ਵੀ ਸੰਸਥਾਵਾਂ ਜਿਹੜੀਆਂ ਨਾਲ ਮਿਲ ਕੇ ਸਰਕਾਰ ਦੇ ਇਸ ਮਹਾਮਾਰੀ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ, ਇਹਨਾਂ ਦਾ ਜਿਹੜਾ ਕੋਆਰਡੀਨੇਸ਼ਨ ਆ ਇਹ ਬਹੁਤ ਜ਼ਰੂਰੀ ਹੈ। ਐਸਜੀਪੀਸੀ ਨੇ ਮੁਹੱਈਆ ਕਰਵਾ ਦਿੱਤੀ ਜਗ੍ਹਾ, ਪਰ ਸਰਕਾਰ ਨੇ ਕਿੱਦਾਂ ਵਰਤਣੀ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ। ਭਾਈ ਦਰਸ਼ਨ ਸਿੰਘ ਖਾਲਸਾ ਦੀ ਗੱਲ ਕਰਦੇ ਹਾਂ, ਕੱਲ੍ਹ ਉਹਨਾਂ ਨੂੰ ਛੁੱਟੀ ਮਿਲ ਗਈ ਆ, ਪੂਰੇ ਪਰਿਵਾਰ ਨੂੰ ਛੁੱਟੀ ਮਿਲ ਗਈ ਆ, ਉਹਨਾਂ ਦੇ ਸਾਰੇ ਟੈਸਟ ਜਿਹੜੇ ਨੈਗੇਟਿਵ ਆਏ ਆ। ਤੇ ਜੇ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰ ਦੀ ਗੱਲ ਕਰਦੇ ਹਾਂ ਤੇ ਉਹ ਵੀ ਸਾਰੇ ਇਸ ਟਾਈਮ ਦੇ ਉੱਤੇ ਠੀਕ ਆ। ਇਹ ਖੁਸ਼ੀ ਦੀ ਖਬਰ ਵੀ ਹੈਗੀ ਆ। ਬੇਸ਼ੱਕ ਕਰੋਨਾ ਦੇ ਜਦੋਂ ਨਾਮ ਸੁਣਦੇ ਆ ਤੇ ਹਰ ਕੋਈ ਦਿਲ ਦਾ ਹੈਗਾ ਵਾ, ਤੇ ਭਾਈ ਦਰਸ਼ਨ ਸਿੰਘ ਖਾਲਸਾ ਨੇ ਇੱਕ ਸਬੂਤ ਪੇਸ਼ ਕਰ ਦਿੱਤਾ ਕਿ ਡਰਨ ਦੀ ਲੋੜ ਨਹੀਂ ਹੈਗੀ। ਜੇ ਉਹਨਾਂ ਦਾ ਪਰਿਵਾਰ 'ਚ ਛੋਟਾ ਬੱਚਾ ਉਹ ਵੀ ਠੀਕ ਹੋ ਚੁੱਕਾ ਤੇ ਭਾਈ ਦਰਸ਼ਨ ਸਿੰਘ ਖਾਲਸਾ ਵੀ ਕੱਲ੍ਹ ਠੀਕ ਹੋ ਕੇ ਉਹਨਾਂ ਦੀ ਇੱਕ ਵੀਡੀਓ ਵੀ ਆਈ ਆ। ਪਹਿਲੋਂ ਸਭ ਤੋਂ ਭਾਈ ਨਿਰਮਲ ਸਿੰਘ ਖਾਲਸਾ ਜਿੱਥੇ ਉਹਦਾ ਸੰਸਕਾਰ ਹੋਇਆ ਸੀ ਉਸ ਜਗ੍ਹਾ 'ਤੇ ਜਾਂਦੇ ਆ ਤੇ ਨਤਮਸਤਕ ਹੁੰਦੇ ਆ ਉਸ ਸਥਾਨ ਨੂੰ, ਤੇ ਉਹ ਯਾਦ ਕਰਦੇ ਆ ਤੇ ਉਸ ਟਾਈਮ 'ਤੇ ਭਾਵੁਕ ਹੁੰਦੇ ਆ। ਜਿੱਥੇ ਉਹਨਾਂ ਨੇ ਚੌਪਾਈ ਸਾਹਿਬ ਦਾ ਪਾਠ ਕੀਤਾ, ਉਹਨਾਂ ਨੂੰ ਯਾਦਾਂ ਨੂੰ ਤਾਜ਼ਾ ਕੀਤਾ, ਉਸ ਤੋਂ ਬਾਅਦ 'ਚ ਆਪਣੇ ਘਰ ਦੇ ਵਿੱਚ ਗਏ। ਇੱਕ ਲੜਾਈ ਸੀ, ਉਹਨਾਂ ਉਹ ਲੜਾਈ ਦੇ ਵਿੱਚ ਜੰਗ ਜਿੱਤੀ ਆ। ਸਮੂਹ ਸੰਗਤ ਨੂੰ ਕੀ ਬੇਨਤੀ ਕਰੋਗੇ ਕਿ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ, ਕਰੋਨਾ ਨਾਲ ਲੜ ਕੇ ਬਚਿਆ ਵੀ ਜਾ ਸਕਦਾ? ਦੇਖੋ ਵੀਰ ਜੀ, ਸਾਡੇ ਕੋਲ ਤੇ ਜਿੰਨੀ ਵੀ ਸਿੱਖ ਸੰਗਤ ਹੈ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਵੀ ਤੁਹਾਡੇ ਕੋਲ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਬੜਾ ਵੱਡਾ ਤੁਹਾਨੂੰ ਸਹਾਰਾ ਸਤਿਗੁਰੂ ਜੀ ਨੇ ਦਿੱਤਾ ਹੋਇਆ, ਤੁਹਾਨੂੰ ਤਾਂ ਡਰਨ ਦੀ ਲੋੜ ਨਹੀਂ। ਕਰੋਨਾ ਦੇ ਮਾਮਲੇ ਦੇ ਵਿੱਚ ਵੀ ਮੈਂ ਵੀਰ ਜੀ ਇਹ ਸਮਝਦਾ ਵਾਂ ਬਈ ਜ਼ਿਆਦਾਤਰ ਲੋਕੀ ਭੈਭੀਤ ਜ਼ਿਆਦਾ ਨੇ ਇਸ ਬਿਮਾਰੀ ਤੋਂ। ਭੈਭੀਤ ਹੋਣ ਦੀ ਬਜਾਏ ਸਿੱਖ ਸੰਗਤ ਨੂੰ ਤੇ ਅਪੀਲ ਕਰਾਂਗੇ ਵੀ ਤੁਸੀਂ ਬਾਣੀ ਪੜ੍ਹੋ, ਤੇ ਬਾਣੀ ਸਰਬ ਰੋਗ ਕਾ ਔਖਦ ਨਾਮ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ, ਆਪਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਤੇ ਗੁਰੂ ਸਾਹਿਬ ਤੇ ਅਟਲ ਭਰੋਸਾ ਰੱਖਣਾ ਚਾਹੀਦਾ। ਤੇ ਦੂਜੀ ਸੰਗਤ ਨੂੰ ਮੈਂ ਕਹਾਂਗਾ ਵੀ ਤੁਸੀਂ ਕਰੋਨਾ ਦੀ ਬਿਮਾਰੀ ਤੋਂ ਭੈਭੀਤ ਹੋਣ ਦੀ ਬਜਾਏ ਜਿਹੜੇ ਪ੍ਰੀਕਾਸ਼ਨ ਵਰਤਣੇ ਚਾਹੀਦੇ ਨੇ ਉਹ ਵਰਤੋ, ਤੇ ਇਹਦੇ ਤੇ ਪਾਰ ਪਾਇਆ ਜਾ ਸਕਦਾ। ਭਾਈ ਦਰਸ਼ਨ ਸਿੰਘ ਜੀ ਦੀ ਮੇਰੇ ਥੋੜ੍ਹੀ ਦੇਰ ਪਹਿਲਾਂ ਹੀ ਗੱਲ, ਉਹਨਾਂ ਦਾ ਫੋਨ ਆਇਆ ਸੀਗਾ, ਉਹਨਾਂ ਨੇ ਦੱਸਿਆ ਤੇ ਮੈਂ ਚਲੋ ਵਧਾਈ ਵੀ ਦਿੱਤੀ, ਸਤਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਤੰਦਰੁਸਤੀ ਦਿੱਤੀ ਹੈ, ਬਾਹਰ ਆਏ ਨੇ।
ਤੇ ਭਾਈ ਸਾਹਿਬ ਦਾ ਪਰਿਵਾਰ ਵੀ ਬਾਹਰ ਹੈ। ਬੜੀ ਖੁਸ਼ੀ ਦੀ ਗੱਲ ਹੈ, ਸਾਨੂੰ ਮਾਣ ਹੈ ਤੇ ਬਈ ਸਾਡਾ ਇੱਕ ਕੀਰਤਨੀਆ ਤੰਦਰੁਸਤ ਹੋ ਕੇ ਆ ਗਿਆ। ਤੇ ਦੂਜਾ ਮੈਂ ਵੀਰ ਜੀ ਇੱਕ ਤੁਹਾਡੇ ਚੈਨਲ ਤੇ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ, ਜਿਨ੍ਹਾਂ ਨੇ ਇਹ ਭਾਈ ਦਰਸ਼ਨ ਸਿੰਘ ਜੀ ਦਾ ਜਦੋਂ ਚੇਂਜ ਕੀਤਾ ਹਸਪਤਾਲ, ਗੁਰੂ ਨਾਨਕ ਹਸਪੀਟਲ ਤੋਂ ਇਹਨਾਂ ਨੂੰ ਉੱਥੇ ਐਸਕੋਰਟ ਹਸਪੀਟਲ ਕਰਵਾਇਆ, ਉਹਨਾਂ ਦਾ ਬੜਾ ਵੱਡਾ ਰੋਲ ਆ, ਕਿਉਂਕਿ ਉਹਨਾਂ ਨੇ ਹੀ ਬਾਦਲ ਸਾਹਿਬ ਨਾਲ ਅੱਗੇ ਗੱਲ ਕੀਤੀ ਤੇ ਫਿਰ ਸਾਰਾ ਉਹਨਾਂ ਨੇ ਸਾਂਭਿਆ ਰਾਤੋਂ ਰਾਤ ਤੇ ਭਾਈ ਦਰਸ਼ਨ ਸਿੰਘ ਜੀ ਹੋਰਾਂ ਨੂੰ ਸਵੇਰੇ ਡਿਸਚਾਰਜ ਉੱਥੋਂ ਕਰਵਾਇਆ ਤੇ ਜਿਹਦੇ ਕਰਕੇ ਚਲੋ ਉਹਨਾਂ ਦਾ ਇਲਾਜ ਹੋਇਆ। ਅੱਜ ਉਹ ਘਰ ਆ ਗਏ ਨੇ ਤੇ ਸਿਰਸਾ ਸਾਹਿਬ ਦਾ ਵੀ ਧੰਨਵਾਦ ਕਰਾਂਗੇ, ਬਾਦਲ ਸਾਹਿਬ ਦਾ ਵੀ ਧੰਨਵਾਦ ਹੈ, ਜਿਨ੍ਹਾਂ ਨੇ ਮੌਕੇ ਤੇ ਕੋਈ ਐਕਸ਼ਨ ਲੈ ਕੇ ਇਹਨਾਂ ਦੀ ਜਾਨ ਬਚਾਈ ਹੈ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਵਾਹਿਗੁਰੂ ਕਿਰਪਾ ਕਰਨ, ਜਿਹੜੇ ਸੇਵਾਵਾਂ ਵੀਰ ਜੀ ਕਰ ਰਹੇ ਨੇ, ਸਤਿਗੁਰੂ ਜੀ ਚੜ੍ਹਦੀ ਕਲਾ ਦੇਣ ਉਹਨਾਂ ਨੂੰ। ਧੰਨਵਾਦ ਜੀ। ਇਹ ਸਨ ਓਂਕਾਰ ਸਿੰਘ ਜੀ ਹਜੂਰੀ ਰਾਗੀ ਸਭਾ, ਜਿਹੜੀ ਕਿ ਇਸ ਟਾਈਮ ਤੇ ਕੀਰਤਨੀਆਂ ਦੀ ਇੱਕ ਸਭਾ ਹੈਗੀ ਆ, ਉਹਦੇ ਪ੍ਰਧਾਨ ਹਨ। ਤੇ ਵਾਹਿਗੁਰੂ ਅੱਗੇ ਬੇਨਤੀ, ਅਰਦਾਸ ਬੇਨਤੀ ਹੈ ਕਿ ਇਹ ਜਿਹੜਾ ਕਰੋਨਾ ਮਹਾਮਾਰੀ ਤੋਂ ਨਿਜਾਤ ਵੀ ਮਿਲੇ ਤੇ ਦੂਜੀ ਡਰਨ ਦੀ ਲੋੜ ਨਹੀਂ ਹੈਗੀ। ਜੇ ਭਾਈ ਦਰਸ਼ਨ ਸਿੰਘ ਖਾਲਸਾ ਦਾ ਪਰਿਵਾਰ ਤੇ ਆਪ ਉਹ ਬਿਲਕੁਲ ਠੀਕ ਆ, ਤੰਦਰੁਸਤ ਹੋ ਕੇ ਆ ਸਕਦੇ ਆ ਤੇ ਹਰ ਕੋਈ ਤੰਦਰੁਸਤ ਹੋ ਸਕਦਾ। ਤੇ ਜੇ ਬਾਣੀ ਦੀ ਗੱਲ ਕੀਤੀ ਹੈ ਵੀਰ ਜੀ ਨੇ ਕਿ ਸਾਡੇ ਕੋਲ ਤੇ ਬਾਣੀ ਦਾ ਖਜ਼ਾਨਾ ਵਾ, ਸਾਨੂੰ ਡਰਨ ਦੀ ਲੋੜ ਨਹੀਂ ਹੈਗੀ। ਹਾਂ, ਯਾਤਰੂਆਂ ਦੇ ਮੁੱਦੇ ਤੇ ਕਿਤੇ ਨਾ ਕਿਤੇ ਜੇ SGPC ਦੇ ਨੁਮਾਇੰਦੇ, ਉਹਨਾਂ ਨੇ ਰਜਿੰਦਰ ਸਿੰਘ ਮਹਿਤਾ ਜੀ ਨੇ ਗੱਲ ਕੀਤੀ ਸੀ ਤੇ ਉਹਨਾਂ ਨੇ ਸਵਾਲ ਚੁੱਕੇ ਸੀ ਸਰਕਾਰ ਤੇ ਭਾਈ ਸਾਹਿਬ ਨੇ ਕਿਹਾ ਕਿ ਇਹੋ ਹੀ ਗੱਲ ਸਰਕਾਰ ਨੂੰ ਚਾਹੀਦਾ ਸੀ ਕਿ ਸਰਾਵਾਂ ਵਰਤ ਲੈਂਦੇ, ਡੇਰਿਆਂ ਤੇ ਜਾਣ ਦੀ ਬਜਾਏ। ਜੇ ਅੱਜ ਵੀਡੀਓ ਵਾਇਰਲ ਹੋ ਰਹੀਆਂ, ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ, ਉੱਥੇ ਉਹਨਾਂ ਨੂੰ ਕਿਸੇ ਚੀਜ਼ ਦਾ ਸਾਧਨ ਮੁਹੱਈਆ ਨਹੀਂ ਕਰਾਇਆ ਜਾ ਰਿਹਾ ਜਾਂ ਉਹਨਾਂ ਨੂੰ ਕੋਈ ਚੀਜ਼ ਨਹੀਂ ਮਿਲ ਰਹੀ ਤੇ ਸਰਾਵਾਂ ਦੇ ਵਿੱਚ ਆਉਂਦੇ ਤੇ SGPC ਆਪਣੇ ਪੁਖਤਾ ਪ੍ਰਬੰਧ ਕਰਦੀ। ਸਵਾਲ ਫਿਰ ਮਹਾਰਾਸ਼ਟਰ ਸਰਕਾਰ ਤੇ ਵੀ ਚੁੱਕਿਆ ਹੈਗਾ ਵਾ ਤੇ ਨਾਲ ਪੰਜਾਬ ਸਰਕਾਰ ਤੇ ਵੀ ਆ। ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿਹੋ ਜਿਹੇ ਇੰਤਜ਼ਾਮ ਕਰਦੀ ਆ ਤੇ ਜਿਹੜੇ ਸ਼ਰਧਾਲੂ ਜਾਂ ਜਿਹੜੇ ਯਾਤਰੂ ਉੱਥੋਂ ਪਹੁੰਚੇ ਹੈਗੇ ਆ ਸ੍ਰੀ ਹਜੂਰ ਸਾਹਿਬ ਤੋਂ, ਉਹਨਾਂ ਵਾਸਤੇ ਆਪਾਂ ਸਲਾਮਤੀ ਦੀ ਅਰਦਾਸ ਵੀ ਕਰਦੇ ਆ। ਅਕਾਲ ਚੈਨਲ ਤੇ ਪੂਰੀ ਸ਼੍ਰੋਮਣੀ ਰਾਗੀ ਸਭਾ ਜਿਹੜੀ ਹੈਗੀ ਅਰਦਾਸ ਬੇਨਤੀ ਕਰਦੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਕਰੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਠੀਕ ਠਾਕ ਤੰਦਰੁਸਤ ਹੋ ਕੇ, ਜਿਹੜੇ ਕੇਸ ਪੋਜ਼ਿਟਿਵ ਆਏ ਆ ਕੁਛ, ਉਹ ਵੀ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ ਦੇ ਵਿੱਚ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਗੱਲ ਕਰਦੇ ਹਾਂ ਦਰਬਾਰ ਸਾਹਿਬ ਨਤਮਸਤਕ ਹੋਣ ਆਈਆਂ ਸੰਗਤਾਂ ਦੇ ਨਾਲ। ਭਾਈ ਸਾਹਿਬ ਸਾਡੇ ਨਾਲ ਜੁੜੇ ਹੈਗੇ ਆ, ਪਹਿਲਾਂ ਨਾਮ ਪੁੱਛਦੇ ਆ ਤੇ ਨਾਲ ਫਤਿਹ ਸਾਂਝ ਪਾਉਂਦੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸ਼ੁਭ ਨਾਮ ਵੀਰ ਜੀ? ਮੇਰਾ ਨਾਮ ਮਨਿੰਦਰ ਸਿੰਘ ਭਾਟੀਆ ਜੀ। ਸਾਹਿਬ ਕਿੱਥੋਂ ਦੇ ਰਹਿਣ ਵਾਲੇ? ਮੈਂ ਜੀ ਲੋਕਲ ਰਹਿਣਾ ਜੀ ਅਤੇ ਬਾਬਾ ਭੂਰੀ ਵਾਲੇ ਗੁਰਦੁਆਰੇ ਦੇ ਲਾਗੇ ਜੀ। ਇੱਥੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਦਾ ਹਾਜ਼ਰੀ ਭਰ ਰਹੀ ਹੈ, ਕੰਟੀਨਿਊਸ ਆ ਰਹੇ ਆ ਔਰ ਤੇ ਭਰੋਸਾ ਹੈ ਮਹਾਰਾਜ ਤੇ। ਭਾਵੇਂ 84 ਵੀ ਅਸੀਂ ਵੇਖੀ ਆ, 47 ਨਹੀਂ ਵੇਖੀ, ਉਸ ਵੇਲੇ ਅਸੀਂ ਆਉਂਦੇ ਰਹੇ ਆ। ਪਾਤਸ਼ਾਹ ਆਪ ਲੈ ਕੇ ਆਂਦਾ ਜੀ ਔਰ ਤੇ ਭਰੋਸਾ ਰਹੇਗਾ। ਕੀ ਵੇਖਦੇ ਘਟਨਾਕ੍ਰਮ ਜੋ ਵਾਪਰਿਆ ਵਾ, ਜਿਹੜੇ ਸ਼ਰਧਾਲੂ ਜਿੱਦਾਂ ਕਿਹਾ ਜਾ ਰਿਹਾ ਕਿ ਜਿਹੜੇ ਸੰਗਤ ਉੱਥੋਂ ਪਹੁੰਚ ਰਹੀ ਉਹਨਾਂ 'ਚ ਕਰੋਨਾ ਪੋਜ਼ਿਟਿਵ ਆ, ਤੁਹਾਨੂੰ ਇਸ ਬਾਰੇ ਕੁਝ ਪਤਾ ਜਾਣਕਾਰੀ ਹੈ? ਜਿਹੜੀ ਹਜ਼ੂਰ ਸਾਹਿਬ ਉਹ ਸੰਗਤ ਆ ਰਹੀ ਆ, ਇਹਨੂੰ ਇੱਕ ਸਿਆਸੀ ਰੰਗਤ ਦੇ ਰਹੇ ਆ। ਮੈਂ ਕਹਾਂਗਾ ਕਿ ਉੱਥੋਂ ਅਸੀਂ ਖੁਸ਼ੀਆਂ ਲੈਣ ਜਾਂਦੇ ਹਾਂ, ਜੋਦਰੀਆਂ ਕਰਨ ਜਾਂਦੇ ਹਾਂ ਗੁਰੂ ਪਾਤਸ਼ਾਹ ਦੇ, ਤੇ ਇਹ ਇੱਕ ਸਿਆਸੀ ਰੰਗਤ ਦੇਤੀ ਆ। ਸਾਡੇ ਮਹੱਲੇ 'ਚ ਵੀ ਆਏ ਨੇ ਸੰਗਤਾਂ, ਦਰਸ਼ਨ ਕਰਕੇ ਆਈਆਂ, ਕੋਈ ਗੱਲਬਾਤ ਨਹੀਂ, ਐਸੀ ਗੱਲ ਨਹੀਂ, ਸਾਰਿਆਂ ਨੂੰ ਪਿਆਰ ਨਾਲ ਮਿਲ ਰਹੇ ਆ। ਅਸੀਂ ਵੀ ਉਹਨਾਂ ਨੂੰ ਮਿਲੇ ਆ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਉਹਨਾਂ ਨੇ ਖੁਦ ਦੱਸਿਆ ਕਿ 3 ਵਾਰੀ ਸਾਡਾ ਟੈਸਟ ਹੋਇਆ, ਪ੍ਰਸ਼ਾਸਨ ਨੇ ਵੀ ਸਾਡੇ ਟੈਸਟ ਕੀਤਾ, ਬਾਬਿਆਂ ਨੇ ਵੀ ਮਦਦ ਕੀਤੀ, ਸਾਨੂੰ ਸਰਾਂ 'ਚੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ। ਮੈਂ ਤੁਹਾਡੀ ਗੱਲ ਰੋਕਦਾ, ਉਹਨਾਂ ਦੇ ਟੈਸਟ ਜਿਹੜੇ ਉੱਥੇ ਮਹਾਰਾਸ਼ਟਰ 'ਚ ਹੋਏ ਸੀ ਕਿ ਇੱਥੇ ਆਣ ਕੇ ਕਿਹਾ ਗਿਆ? ਨਹੀਂ ਜੀ, ਟੈਸਟ ਨਹੀਂ, ਸਾਰਾ ਮੈਡੀਕਲ ਉਹਨਾਂ ਦਾ ਹੋਇਆ ਪੂਰਾ, ਐਸੀ ਗੱਲਬਾਤ ਨਹੀਂ ਹੈਗੀ, ਬਿਲਕੁਲ 9/9 ਸੀ, ਐਸੀ ਗੱਲ ਨਹੀਂ। ਪਾਤਸ਼ਾਹ ਦੀ ਕਿਰਪਾ ਨਾਲ ਇਹਨਾਂ ਨੇ ਇੱਕ ਸਿਆਸੀ ਰੰਗਤ ਦੇ ਦਿੱਤੀ ਹੈ ਕਿ ਜੇ ਉਹ ਕਿ ਬਦਨਾਮ ਕਰਨ ਵਾਸਤੇ ਐਡੇ ਵੱਡੇ ਧਰਮ ਸਥਾਨ ਨੂੰ। ਮੈਂ ਸਗੋਂ ਮਾਫੀ ਚਾਹਾਂਗਾ ਕਿ ਇਹਨਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਸੀ। ਇੱਕ ਅਖਬਾਰਾਂ ਵਾਲੇ, ਮੀਡੀਆ ਵਾਲੇ ਵੀ ਮਾੜੀ ਜੀ ਗੱਲ ਹੁੰਦੀ ਤੇ ਐਡਾ ਵੱਡਾ ਫੈਲਾਅ ਕਰ ਦਿੰਦੇ ਆ। ਬੜੇ ਸੋਚ ਸਮਝ ਕੇ ਖਬਰ ਲਾਓ। ਮਹਾਰਾਜ ਦਾ ਮੁਕੱਦਸ ਸਥਾਨ ਆ, ਉੱਥੋਂ ਖੁਸ਼ੀਆਂ ਮਿਲਦੀਆਂ ਤੇ ਸੰਗਤਾਂ ਨੂੰ ਅਸੀਂ ਮਿਲੇ ਆ, ਉਹ ਕਹਿੰਦੇ ਜੀ ਕੋਈ ਇਹੋ ਜਿਹੀ ਗੱਲਬਾਤ ਨਹੀਂ। ਜਦੋਂ ਅਸੀਂ ਬਾਰਡਰ ਕੀਤਾ ਤਾਂ ਉਸ ਵੇਲੇ ਸਾਨੂੰ ਕਰੋਨਾ ਆ ਕੇ ਚੰਬੜ ਗਿਆ। ਹੁਣ ਅਸੀਂ ਵੀ ਆਏ ਆ। ਮੈਂ ਖੁਦ ਇੱਕ ਬੀਬੀ ਸੀ, ਬਜ਼ੁਰਗ ਮਾਤਾ, ਅੱਜ ਤੋਂ 32-33 ਦਿਨ ਹੋ ਗਏ ਆ। ਚਲੋ ਮੈਨੂੰ ਪਾਤਸ਼ਾਹ ਤੇ ਭਰੋਸਾ ਸੀ, ਉਹ ਮਾਤਾ ਨੂੰ ਇਹਨਾਂ ਨੂੰ ਸ਼ੱਕ ਸੀ ਕਿ ਉਹਨੂੰ ਕਰੋਨਾ ਵਾਇਰਸ ਹੈਗਾ, ਤੇ ਮੈਂ ਉਹਨਾਂ ਨੂੰ ਫੜ ਕੇ ਅੰਦਰ ਬਾਤਾ ਤੇ ਉਹ ਡਾਕਟਰ ਸਾਹਿਬ ਮੈਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਗਲਤੀ ਕੀਤੀ। ਮੈਂ ਕਿਹਾ ਜੀ ਮੈਨੂੰ ਪਾਤਸ਼ਾਹ ਤੇ ਭਰੋਸਾ, ਮੈਂ ਆਪਣੀ ਸੇਵਾ ਉਹ ਕਰਕੇ ਉਹਨਾਂ ਨੂੰ ਫੜ ਕੇ ਅੰਦਰ ਪਾਇਆ। ਬਾਅਦ ਦੂਜੇ-ਤੀਜੇ ਦਿਨ ਬਾਅਦ ਭਾਵੇਂ ਉਹ ਆ ਗਈ, ਕੋਈ ਇਹੋ ਜਿਹੀ ਗੱਲਬਾਤ ਨਹੀਂ। ਮੈਂ ਬੇਨਤੀ ਕਰਨਾ ਚਾਹਾਂਗਾ ਕਰੋਨਾ ਪੋਜ਼ਿਟਿਵ ਹੋ ਗਏ ਬਾਅਦ? ਹਾਂਜੀ, ਪੋਜ਼ਿਟਿਵ ਹੀ ਸੀ ਉਹ ਕੇਸ? ਨਹੀਂ ਜੀ, ਵੈਸੇ ਹੀ ਉਹਨੂੰ ਭੁੱਖ ਲੱਗੀ ਸੀ। ਉਹ ਕਹਿੰਦੀ ਮੈਨੂੰ ਭੁੱਖ ਲੱਗੀ ਆ, ਮੈਂ ਰੋਟੀ ਖਾਣੀ ਆ, ਤੇ ਉਹਨਾਂ ਨੇ ਉਹਨੂੰ ਫੜ ਕੇ ਲੈ ਆਂਦਾ। ਮੈਂ ਕਿਹਾ ਮਾਤਾ ਜੀ ਤੁਸੀਂ ਬੈਠੋ ਗੱਡੀ ਦੇ ਵਿੱਚ, ਤੁਹਾਡੀ ਸੇਫਟੀ ਵਾਸਤੇ ਆ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ। ਉਹ ਵਿਚਾਰੀ ਪਤਾ ਨਹੀਂ ਬਾਹਰੋਂ ਆਈ ਸੀ, ਉਹ ਇਹੋ ਹੀ ਕਹਿੰਦੀ ਸੀ ਮੈਨੂੰ ਭੁੱਖ ਲੱਗੀ ਆ, ਤੇ ਮੈਂ ਉਹਨੂੰ ਫੜ ਕੇ ਡੋਲੇ ਤੋਂ ਬਾਤਾ, ਕਿਉਂਕਿ ਚਲੋ ਮੈਨੂੰ ਵੀ ਪਾਤਸ਼ਾਹ ਤੇ ਭਰੋਸਾ ਸੀ। ਉਹ ਕਹਿੰਦੀ ਜੀ ਤੁਸੀਂ ਹੱਥ ਨਹੀਂ ਲਾ, ਫਿਰ ਮੈਂ ਬਾਅਦ ਹੈਂਡ ਵਾਸ਼ ਕਰ ਲਿਆ, ਐਸੀ ਗੱਲਬਾਤ ਨਹੀਂ ਹੈਗੀ। ਬਾਅਦ ਪਤਾ ਲੱਗੇ 3-4 ਦਿਨਾਂ ਬਾਅਦ ਉਹ
ਮਾਤਾ ਜੀ ਆ ਗਏ ਨੇ। ਤੁਹਾਡੇ ਮੁਹੱਲੇ ਦੇ ਵਿੱਚ ਆਈ ਆ ਸੰਗਤ, ਜੀ। ਉਹ ਕਿੰਨੇ ਦਿਨ ਹੋ ਗਏ ਉੱਥੇ ਪਹੁੰਚੇ? ਵੇਖੋ ਜੀ ਉਹ ਮੰਗਲਵਾਰ ਦੇ ਆਏ ਨੇ ਇੱਥੇ। ਹਾਂਜੀ 4 ਤੋਂ 5 ਦਿਨ ਹੋ ਗਏ ਆ। ਹਾਂਜੀ। ਉਹਨਾਂ ਤੋਂ ਕੋਈ ਪੁੱਛ ਪੜਤਾਲ ਹੋਈ, ਇੱਥੇ ਆਣ ਕੇ ਕੋਈ ਟੈਸਟ ਹੋਏ ਉਹਨਾਂ ਦੇ? ਨਹੀਂ ਜੀ, ਉਹ ਖੁਦ ਆਪ ਡਾਕਟਰੀ ਲਾਈਨ 'ਚ ਹੈਗੇ ਆ, ਪਰ ਕੋਈ ਇਹੋ ਜੀ ਗੱਲਬਾਤ ਨਹੀਂ। 9/9 ਆ, ਜੇ ਇਹੋ ਜੀ ਗੱਲਬਾਤ ਹੁੰਦੀ ਉਹਨਾਂ ਨੇ ਉਸੇ ਵੇਲੇ ਹੀ ਮਤਲਬ ਕੈਚ ਕਰ ਲੈਣਾ ਸੀ, ਉਹਨਾਂ ਨੂੰ ਹਸਪਤਾਲ ਲੈ ਜਾਣਾ ਸੀ। ਐਸੀ ਗੱਲਬਾਤ ਨਹੀਂ ਹੈਗੀ। ਉਹਨਾਂ ਨੇ ਕਿਹਾ ਸਾਡੇ ਜਦ ਟੈਸਟ ਹੋਏ ਆ, ਕੋਈ ਗੱਲਬਾਤ ਨਹੀਂ ਹੈਗੀ, ਸਾਡੇ ਕੋਲ ਪ੍ਰੂਫ ਹੈ, ਐਸੀ ਗੱਲ ਨਹੀਂ ਹੈਗੀ। ਫਿਰ ਸਾਨੂੰ ਕਿਸ ਮਕਸਦ ਨਾਲ ਐਵੇਂ ਪੁੱਛ-ਗਿੱਛ ਕਰ ਸਕਦੇ ਆ। ਤੇ ਮੈਂ ਸਗੋਂ ਇਹ ਕਹਿਣਾ ਚਾਹਾਂਗਾ ਕਿ ਰੋਜ਼ ਹੀ ਆਪਾਂ ਖਬਰਾਂ ਬੜੀਆਂ, ਸਿੰਘ ਸਾਹਿਬ ਨੇ ਵੀ ਕਿਹਾ, ਮੈਂ ਕਹਿੰਦਾ ਸਗੋਂ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਜਿਸ ਬੰਦੇ ਆ ਬੋਲਦੇ ਪਏ ਆ, ਗੁਰੂ ਮਹਾਰਾਜ ਨੂੰ ਬਦਨਾਮ ਕਰ ਰਹੇ, ਆਪਾਂ ਉੱਥੇ ਖੁਸ਼ੀਆਂ ਲੈਣ ਜਾ ਰਹੇ ਹਾਂ, ਤੇ ਉੱਥੋਂ ਹੀ ਉਹਨਾਂ ਨੂੰ ਕਹੀ ਜਾਂਦੇ ਪਏ ਕਿ ਜੀ ਨਹੀਂ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ ਜੀ, ਕਰੋਨਾ ਵਾਇਰਸ ਹੋਇਆ। ਕਿਉਂਕਿ ਬਾਰਡਰ 'ਤੇ ਆਉਂਦਿਆਂ ਸਾਰੀ ਕਰੋਨਾ ਚੰਬੜ ਗਿਆ। ਕਰੋਨਾ ਕੋਈ ਇਹੋ ਹੀ ਚੀਜ਼ ਹੈਗੀ ਆ ਕਿ ਜਿਹੜੀ ਇੱਕਦਮ ਹੀ ਬੰਦੇ ਨੂੰ ਚੰਬੜ ਜਾਏਗੀ। ਬੜੀ ਆਪਣਾ ਟੈਸਟ ਹੁੰਦੇ ਨੇ, ਨੈਗੇਟਿਵ ਰਿਪੋਰਟ ਆਉਂਦੀ ਆ, ਉਸ ਤੋਂ ਬਾਅਦ ਫਿਰ ਉਹ ਕਾਰਵਾਈ ਹੁੰਦੀ ਆ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਕਿਉਂ ਇਹ ਕੰਮ ਕਰਦੇ ਪਏ ਹੋ? ਪਹਿਲਾਂ ਮੁਸਲਮਾਨਾਂ ਨਾਲ ਚਲੋ ਤੇ ਹੈਗਾ ਸੀ, ਚਲੋ ਮੈਂ ਨਹੀਂ ਜਾਣਦਾ। ਉਸ ਤੋਂ ਬਾਅਦ ਇਹਨਾਂ ਨੇ ਸਿੱਖਾਂ ਨੂੰ ਵੀ ਬਦਨਾਮ ਕਰਨਾ ਚਾਲੂ ਕਰ ਦਿੱਤਾ ਕਿ ਮਤਲਬ ਜੇ ਗੱਲਬਾਤ ਹੈਗੀ, ਜਾਣ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਆ, ਬਹੁਤ ਹੀ ਜ਼ਿਆਦਾ। ਸਾਰੇ ਸਿੱਖ ਮਨਾਂ ਨੂੰ ਦੁਖੀ ਹੋਇਆ ਮਨ ਸਾਰਿਆਂ ਦਾ। SCPC ਪ੍ਰਧਾਨ ਸਾਹਿਬ ਵੀ ਸਿੰਘ ਸਾਹਿਬ ਨੂੰ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜਿਹੜੇ ਇਹ ਲੋਕ ਖੱਪ ਆ ਰਹੇ ਆ, ਸਿਆਸੀ ਰੰਗਤ ਦੇ ਰਹੇ, ਸਿੱਖ ਕੌਮ ਨੂੰ ਬਦਨਾਮ ਕਰ ਰਹੇ ਆ। ਬਿਲਕੁਲ, ਜੇ ਆਪਾਂ ਹਜੂਰ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ, ਤੇ ਵੀਰ ਜੀ ਦੀ ਆਸਥਾ ਹੈਗੀ ਆ, ਕੌਮ ਦੀ ਆਸਥਾ ਵਾ ਇਹਦੇ ਵਿੱਚ। ਇਹੋ ਹੀ ਕਿਹਾ ਜਾ ਰਿਹਾ ਕਿ ਜਿਹੜੇ ਸ਼ਰਧਾਲੂ ਉੱਥੋਂ, ਜਿਹੜੇ ਯਾਤਰੂ ਉੱਥੋਂ ਆਏ ਹੈਗੇ ਆ, ਕੇਵਲ ਉਹਨਾਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਕਿ ਕਰੋਨਾ ਬੈਗ ਦੇ ਵਿੱਚ ਪਾ ਕੇ ਲਿਆਇਆ ਗਿਆ ਸੀ ਜਾਂ ਰਸਤੇ 'ਚ ਕਿਤੇ ਛਿੜਕਾਅ ਕਰ ਦਿੱਤਾ ਗਿਆ ਜਿਹਦੇ ਨਾਲ ਕਿ ਉਹ ਸਾਰੇ ਪੋਜ਼ਿਟਿਵ ਆ ਗਏ ਆ? ਜੇ ਹਜੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕੀਤਾ ਵਾ, ਜਿਹਦੇ 'ਚ ਉਹਨਾਂ ਸਾਫ਼ ਕਿਹਾ ਕਿ ਉੱਥੇ ਉਹਨਾਂ ਦੇ ਬਕਾਇਦਾ ਟੈਸਟ ਹੁੰਦੇ ਆ, ਉੱਥੇ ਉਹ ਬਿਲਕੁਲ ਠੀਕ ਆ। ਰਸਤੇ ਵਿੱਚ ਜਾਂਦਿਆਂ ਕੀ ਪ੍ਰੋਬਲਮ ਆਉਂਦੀ ਆ, ਇਹ ਤੇ ਪੰਜਾਬ ਸਰਕਾਰ ਹੀ ਜਵਾਬ ਦੇ ਸਕਦੀ ਆ, ਤੇ ਜਾਂ ਜਿਹੜੇ ਨੁਮਾਇੰਦੇ ਹੈਗੇ ਆ ਉਹ ਆਪਣਾ ਜਵਾਬ ਦੇ ਸਕਦੇ ਆ। SGPC ਨੇ ਸਰਾਵਾਂ ਖੋਲ੍ਹੀਆਂ ਵਾ, ਦੂਜੇ ਪਾਸੇ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ, ਸੇਵਾਵਾਂ ਦੇ ਰਹੀਆਂ ਹੈਗੀਆਂ ਵਾ, ਪਰ ਫਿਰ ਉਹਨਾਂ ਨੂੰ ਡੇਰਿਆਂ 'ਚ ਕਿਉਂ ਰੱਖਿਆ ਜਾ ਰਿਹਾ? ਕਿਉਂ ਨਹੀਂ ਇਹਨਾਂ ਸਰਾਵਾਂ ਦੇ ਵਿੱਚ ਰੱਖਿਆ ਜਾ ਰਿਹਾ? ਇੱਕ ਸਵਾਲੀਆ ਚਿੰਨ੍ਹ ਹੈਗਾ ਸਰਕਾਰ ਦੇ ਉੱਤੇ ਵੀ। ਆਉਣ ਵਾਲੇ ਸਮੇਂ ਕਿਉਂ ਨਹੀਂ ਜਾਂਚ ਕੀਤੀ ਗਈ? ਮਹਾਰਾਸ਼ਟਰ ਸਰਕਾਰ ਨੇ, ਜੇ ਹੁਣ ਬਾਬਾ ਨਰਿੰਦਰ ਸਿੰਘ ਜਾਂ ਬਾਬਾ ਬਲਵਿੰਦਰ ਸਿੰਘ ਦਾ ਬਿਆਨ ਵੇਖਦੇ ਆਪਾਂ, ਤੇ ਉਹ ਦੱਸ ਰਹੇ ਆ ਕਿ ਸਾਡੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਸੀ, ਲੰਗਰ ਪਾਣੀ ਦਿੱਤਾ ਜਾਂਦਾ ਸੀ, ਤੇ ਡਾਕਟਰੀ ਮੁਆਇਨਾ ਵੀ ਸਮੇਂ-ਸਮੇਂ 'ਤੇ ਕਰਾਇਆ ਜਾਂਦਾ ਸੀ। ਪਰ ਇੱਥੇ ਆਣ ਕੇ ਉਹ ਜ਼ਿਆਦਾ ਗਿਣਤੀ ਦੇ ਵਿੱਚ ਪੋਜ਼ਿਟਿਵ ਕਿਵੇਂ ਨਿਕਲਦੇ ਆ? ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਿਊਜ਼ ਚੈਨਲ ਕਿਹੋ ਜਿਹੀਆਂ ਖਬਰਾਂ ਦਿੰਦੇ ਆ, ਜਾਂ ਆਸਥਾ ਦੇ ਕੇਂਦਰ ਦੇ ਜਿੱਥੇ ਖੜੇ ਹੈਗੇ ਆ, ਗੁਰੂ ਸਾਹਿਬ ਤੋਂ ਕਿਹੋ ਜਿਹੀਆਂ ਬਖਸ਼ਾਂ ਮਿਲਦੀਆਂ ਵਾ। ਆਸਥਾ ਸਾਰਿਆਂ ਦੀ ਹੈਗੀ ਹੈ ਕਿ ਹਜੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਕੇਵਲ ਟਾਰਗੇਟ ਕੀਤਾ ਜਾ ਰਿਹਾ। ਜੇ ਤਬਲੀਗੀ ਜਮਾਤ ਦੀ ਗੱਲ ਕਰਦੇ ਆ, ਤੇ ਇੱਕ ਪਾਸੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਹੁਣ ਕੌਮ ਦੇ ਨਾਲ ਇਹ ਗੱਲਬਾਤ ਹੋ ਰਹੀ ਹੈ, ਸਿੱਖ ਕੌਮ ਦੇ ਨਾਲ ਗੱਲਬਾਤ ਹੋ ਰਹੀ ਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।